गुड मॉर्निंग स्टूडेंट्स। कहानी जीनत आपा। जीनत आपा कहानी साडी पंजाबी दी पाठ पुस्तक काव कथा संवेदना विच दर्ज है। इस दे कहानीकार करतार सिंह दुग्गल है। असी पिछली वीडियो दे विच पन्ना नंबर 16 ते 17 दी पढ़ाई कीती है। उन्हां दोहां पेजां ते ये दस्सिया गया सी कि जीनत आपा बहुत ही खूबसूरत कुड़ी सी ते जदों वो वड्डी होई ते लोकां ने उसके बाप की हवेली नूं नंबरदार की हवेली की थां जीनत की हवेली कहना शुरू कर दिता। वो बहुत सोहना नचदी सी ते बहुत सोहना गाउंदी सी। एक दिन उसके पेपरे ने उसका विआह दादे पोतरे नाल कर दिता, पर उसने एक भी बोल मूहों ना कढ़िया ते विआह तो बाद उसके घर एक तो बाद एक 7 बच्चे हो गए। 7 दे 7 बच्चे बहुत ही चंगे सन। पढ़न वाले पढ़न विच अगे, खेडन वाले खेडन विच अगे। हुण असी पन्ना नंबर 18 की रीडिंग शुरू करांगे, पर उस तो पहला इसके औखे शब्दां वल झात मारांगे। बच्चे, पहला है तत्ता गरम, विसर जांदा भुल जांदा, झल्ली पागल, कुछड़ गोदी विच, हथ टड टड के हथ अगे करके, दुआवां मन्नतां मंगनियां, मन्नतां दुआवां खैरातां किसे नूं दान करना, गुजर गया मर गया, मामूली आम माड़ा थोड़ा जिहा, बेवक्त समय तो पहला, साख संबंधी रिश्तेदार, अथरू हंजू, खामंद पति, नाजक माड़ी, ठंडा हो गया भाव की मर गया, वेख वेख के तक के, गल लाला रोंदे गले नाल लगा के रोना, टम्मा टीहा निक्का मोटा समान, खातरा सतिकार, अचंबा हैरान, होका भरना ठंडा होका लेना, रोना आना, तुर गया मतलब मर गया, गुजर गए लंघ गए, याद चेते खास तौर ते विशेष तौर ते। हुण पन्ना नंबर 19 दे औखे शब्द। सिर दा मालक पति, त्रिमत पत्नी औरत, फुट फुट के रोना बहुत जोर दी रोना, फरियाद बेनती, घर वाला पति, जिंद जान जिंदगी, गुम गवाच जाना, उड़ीक इंतजार, आस उम्मीद। हुण बच्चे असी 18 पेज की रीडिंग शुरू करांगे। आंड गुआंढ वाले वेख वेख के मूँह विच उंगलियां पा लैंदे, किसे बच्चे दा मत्था तत्ता हुंदा, जीनत नूं खाण पीण विसर जांदा। ਉਹ ਝੱਲੀ ਹੋਈ ਉਹਨੂੰ ਕੁੱਛੜ ਲੈ ਕੇ ਬੈਠੀ ਰਹਿੰਦੀ, ਕਦੀ ਕੋਈ दारू ਕਰਦੀ, ਕਦੀ ਕੋਈ ਦਵਾਈ ਦਿੰਦੀ, ਹੱਥ ਟੱਡ ਟੱਡ ਕੇ ਦੁਆਵਾਂ ਮੰਗਦੀ ਰਹਿੰਦੀ, ਮੰਨਤਾਂ ਮੰਨਦੀ ਰਹਿੰਦੀ, ਖੈਰਾਤਾਂ ਦਿੰਦੀ ਰਹਿੰਦੀ। ਬੱਚਿਆਂ ਨੂੰ ਪੜ੍ਹਾਉਣ ਲਈ ਜ਼ੀਨਤ ਆਪ ਪੜ੍ਹਦੀ ਰਹਿੰਦੀ, ਪੌਣਿਆਂ ਢੌਂਚਿਆਂ ਦੇ ਪਹਾੜੇ, ਅਕਬਰ ਔਰੰਗਜ਼ੇਬ ਦੀਆਂ ਲੜਾਈਆਂ, ਫਾਰਸੀ ਅਰਬੀ ਦੀਆਂ ਗਰਦਾਨਾਂ। ਹੁਣ ਇਸ ਪੈਰੇ ਵਿੱਚ ਬੱਚੇ ਸਾਨੂੰ ਦੱਸਿਆ ਗਿਆ ਹੈ ਕਿ ਜ਼ੀਨਤ ਆਪਾ ਇੱਕ ਬਹੁਤ ਹੀ ਚੰਗੀ ਮਾਂ ਸੀ। ਜੇਕਰ ਉਸਦੇ ਕਿਸੇ ਬੱਚੇ ਨੂੰ ਬੁਖਾਰ ਹੋ ਜਾਂਦਾ ਤਾਂ ਉਸਨੂੰ ਖਾਣਾ ਪੀਣਾ ਭੁੱਲ ਜਾਂਦਾ ਸੀ। ਉਹ ਆਪਣੇ ਬੱਚੇ ਨੂੰ ਗੋਦੀ ਵਿੱਚ ਚੁੱਕ ਕੇ ਬੈਠੀ ਰਹਿੰਦੀ ਸੀ, ਉਸਨੂੰ ਦਵਾਈ ਦਿੰਦੀ, ਫਿਰ ਪਰਮਾਤਮਾ ਦੇ ਅੱਗੇ ਹੱਥ ਟੱਡ ਟੱਡ ਕੇ ਉਸਦੇ ਅੱਗੇ ਹੱਥ ਅੱਗੇ ਕਰਕੇ ਦੁਆਵਾਂ ਮੰਗਦੇ ਸੀ, ਫਿਰ ਦਾਨ ਕਰਦੀ ਸੀ। ਇੱਥੋਂ ਤੱਕ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਆਪ ਪੜ੍ਹਦੀ ਸੀ। ਤੇ ਫਿਰ ਜ਼ੀਨਤ ਦਾ ਘਰ ਵਾਲਾ ਗੁਜ਼ਰ ਗਿਆ। 4 ਦਿਨ ਬਿਮਾਰ ਰਿਹਾ ਤੇ ਖਤਮ ਹੋ ਗਿਆ। ਮਾਮੂਲੀ ਜਿਹਾ ਬੁਖਾਰ ਸੀ। ਇੱਕ ਵਾਰ ਪਲੰਗ ਤੇ ਪਿਆ, ਫਿਰ ਉੱਠ ਨਹੀਂ ਸਕਿਆ। ਇਤਨੇ ਵੱਡੇ ਜ਼ਿਮੀਦਾਰ ਦੀ ਇਸ ਬੇਵਕਤ ਮੌਤ ਤੇ ਲੋਕਾਂ ਨੇ ਪਿੱਟ ਪਿੱਟ ਕੇ ਟੋਟੇ ਲਾ ਸੁੱਟੇ। ਫਿਰ जीनत ਦੇ ਪਤੀ ਦੀ ਮੌਤ ਹੋ ਗਈ। ਉਹ ਕੁਝ ਦਿਨ ਹੀ मतलब 4 दिन बीमार रहा ਤੇ ਖਤਮ हो गया, पूरा हो गया।
ਉਸਨੂੰ ਹੋਇਆ ਕਿ ਸੀ, ਉਸਨੂੰ ਸਿਰਫ ਮਾਮੂਲੀ ਜਿਹਾ ਹੀ ਬੁਖਾਰ ਹੋ ਗਿਆ ਸੀ। ਇੱਕ ਵਾਰ ਪਲੰਗ ਤੇ ਪਿਆ, ਮਤਲਬ ਕਿ ਬਿਮਾਰੀ ਦੀ ਹਾਲਤ ਜਦੋਂ ਪਲੰਗ ਤੇ ਲੇਟਿਆ ਤੇ ਫਿਰ ਉੱਠ ਨਹੀਂ ਸਕਿਆ, ਮਤਲਬ ਉਹਦਾ ਬੁਖਾਰ ਦੂਰ ਨਹੀਂ ਹੋਇਆ ਸੀ। ਠੀਕ ਹੈ। ਹੁਣ ਅੱਗੇ ਦੇਖੋ ਬੇਟੇ, ਤੇ ਉਹ ਜ਼ਿਮੀਦਾਰ ਸੀ ਤੇ ਉਸਦੀ ਸਮੇਂ ਤੋਂ ਪਹਿਲੇ ਮੌਤ ਦੇ ਕਾਰਨ ਪਿੰਡ ਦੇ ਲੋਕ ਬੜੇ ਹੈਰਾਨ ਸਨ। ਪਿੱਟ ਕੇ ਟੋਟੇ ਲਾ ਤੇ ਪਿੱਟ ਕੇ, ਮਤਲਬ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਆਪਣੇ ਆਪ ਨੂੰ ਕਈ ਲੋਕ ਮਾਰਦੇ ਨੇ, ਟੋਟੇ ਲਾ ਦਿੱਤੇ, ਮਤਲਬ ਕਿ ਬਹੁਤ ਬੁਰਾ ਹਾਲ ਕਰਦੇ। ਪਰ ਜ਼ੀਨਤ ਦੀ ਅੱਖ ਵਿੱਚ ਕਿਸੇ ਇੱਕ ਅਥਰੂ ਨਾ ਡਿੱਠਾ। ਪਰ ਸਾਰੇ ਹੀ ਲੋਕ ਹੈਰਾਨ ਸਨ ਕਿ ਜ਼ੀਨਤ ਦੇ ਪਤੀ ਦੀ ਮੌਤ ਹੋ ਗਈ ਹੈ, ਪਰ ਉਸਦੀ ਅੱਖ ਵਿੱਚੋਂ ਇੱਕ ਵੀ ਅਥਰੂ ਨਹੀਂ ਨਿਕਲਿਆ। ਉਸਦਾ ਖਾਵੰਦ ਬਿਮਾਰ ਪਿਆ, ਉਹ ਸ਼ਾਂਤ ਅਡੋਲ ਸੀ। ਖਾਵੰਦ ਮਤਲਬ ਪਤੀ, ਉਸਦਾ ਪਤੀ ਬਿਮਾਰ ਹੋ ਗਿਆ ਸੀ ਪਰ ਉਹ ਸ਼ਾਂਤ ਅਡੋਲ ਸੀ, ਮਤਲਬ ਕੁਝ ਨਾ ਬੋਲੀ। ਉਸਦੇ ਖਾਵੰਦ ਦੀ ਹਾਲਤ ਨਾਜ਼ੁਕ ਹੋ ਗਈ ਮਤਲਬ ਦਿਨ ਬ ਦਿਨ ਉਸਦੀ ਹਾਲਤ ਵਿਗੜਦੀ ਗਈ, ਪਰ ਉਹ ਸ਼ਾਂਤ ਅਡੋਲ ਸੀ। ਉਸਦਾ ਖਾਵੰਦ ਠੰਡਾ ਹੋ ਗਿਆ, ਉਹ ਸ਼ਾਂਤ ਅਡੋਲ ਸੀ। ਹੁਣ ਖਾਵੰਦ ਦੀ ਮੌਤ ਹੋ ਗਈ ਹੈ, ਪਰ ਫਿਰ ਵੀ ਉਹ ਸ਼ਾਂਤ ਅਡੋਲ ਸੀ। ਉਸਦੇ ਖਾਵੰਦ ਨੂੰ ਲੋਕੀ ਚੁੱਕ ਕੇ ਲੈ ਤੁਰੇ, ਉਹ ਸ਼ਾਂਤ ਅਡੋਲ ਸੀ। ਉਸਦੇ ਖਾਵੰਦ ਨੂੰ ਦਫਨਾਇਆ ਗਿਆ, ਉਹ ਸ਼ਾਂਤ ਅਡੋਲ ਸੀ। ਉਸਦੇ ਖਾਵੰਦ ਨੂੰ ਦਫਨਾ ਕੇ ਲੋਕੀ ਮੁੜ ਆਏ, ਉਹ ਸ਼ਾਂਤ ਅਡੋਲ ਸੀ। ਜ਼ੀਨਤ ਦੇ ਪਤੀ ਦੀ ਮੌਤ ਹੋਣ ਤੇ ਵੀ ਉਹ ਬਿਲਕੁਲ ਰੋਈ ਨਾ, ਬਲਕਿ ਸ਼ਾਂਤ ਅਡੋਲ ਰਹੀ। ਲੋਕੀ ਜ਼ੀਨਤ ਦੇ ਮੂੰਹ ਵਿੱਚ ਵੱਲ ਵੇਖ ਕੇ ਹੈਰਾਨ ਹੁੰਦੇ, ਉਹਦੇ ਬੱਚਿਆਂ ਨੂੰ ਗਲ ਲਾ ਰੋਂਦੇ, ਪਰ ਜ਼ੀਨਤ ਦੀਆਂ ਪਲਕਾਂ ਗਿੱਲੀਆਂ ਨਾ ਹੋਈਆਂ। ਹੁਣ ਲੋਕਾਂ ਨੂੰ ਬੜਾ ਤਰਸ ਆ ਰਿਹਾ ਸੀ ਬੱਚਿਆਂ ਵੱਲ, ਉਹਨਾਂ ਨੂੰ ਗਲੇ ਨਾਲ ਲਾਉਂਦੇ ਸਨ, ਰੋਂਦੇ ਸਨ, ਪਰ ਜ਼ੀਨਤ ਦੀ ਅੱਖਾਂ ਦੇ ਵਿੱਚ ਕੋਈ ਹੰਝੂ ਨਹੀਂ ਸੀ। 1 ਦਿਨ, 2 ਦਿਨ, 3 ਦਿਨ, ਹਫ਼ਤਾ, 10 ਦਿਨ ਤੇ ਫਿਰ ਜ਼ੀਨਤ ਟੰਮਾ ਟੀਹਾ ਚੁੱਕ ਕੇ ਆਪਣੇ ਪੇਕੇ ਆ ਗਏ। 1 ਦਿਨ ਮਤਲਬ 1 ਦਿਨ ਰਿਹਾ, 2 ਦਿਨ ਹੋਏ, 3 ਦਿਨ ਹੋਏ, ਫਿਰ ਹਫ਼ਤਾ ਵੀ ਹੋ ਗਿਆ, 10 ਦਿਨ ਹੋ ਗਏ ਤੇ ਅਖੀਰ ਜ਼ੀਨਤ ਨੇ ਕੀਤਾ, ਆਪਣਾ ਸਮਾਨ ਚੁੱਕਿਆ ਤੇ ਆਪਣੇ ਪੇਕੇ ਘਰ ਆ ਗਈ। ਆਪ ਆ ਗਈ, ਆਪਣੇ ਬੱਚਿਆਂ ਨੂੰ ਵੀ ਨਾਲ ਲੈ ਆਈ। ਆਪਣੇ ਅੱਬਾ ਦੀ ਇੱਕੋ ਧੀ, ਆਪਣੇ ਵੀਰਾਂ ਦੀ ਇੱਕੋ ਭੈਣ। ਜ਼ੀਨਤ ਕਿਸ ਨੂੰ ਭਾਰੀ ਸੀ, ਉਹਦੀਆਂ ਲੱਖ ਖਾਤਰਾਂ ਹੁੰਦੀਆਂ। ਹੁਣ ਉਹ ਆਪਣੇ ਪਿਓ ਦੀ ਕੱਲੀ ਧੀ ਸੀ, ਆਪਣੇ ਭਰਾਵਾਂ ਦੀ ਵੀ ਕੱਲੀ ਭੈਣ ਸੀ, ਇਸ ਲਈ ਉਹ ਕਿਸੇ ਨੂੰ ਵੀ ਭਾਰੂ ਨਹੀਂ ਸੀ ਤੇ ਘਰ ਦੇ ਵਿੱਚ ਸਭ ਉਸਦਾ ਬੜਾ ਹੀ ਖਾਤਰ ਆਦਰ ਸਤਿਕਾਰ ਕਰਦੇ ਸਨ। ਪਰ ਲੋਕੀ ਅਚੰਭਾ ਹੁੰਦੇ ਸਨ। ਆਪਣੇ ਖਾਵੰਦ ਦੀ ਮੌਤ ਉੱਤੇ ਜ਼ੀਨਤ ਨੇ ਇੱਕ ਹੋਕਾ ਨਹੀਂ ਸੀ ਭਰਿਆ, ਪਰ ਲੋਕ ਇਸ ਗੱਲ ਤੋਂ ਬੜੇ ਹੈਰਾਨ ਸਨ ਕਿ ਜ਼ੀਨਤ ਦੇ ਪਤੀ ਦੀ ਮੌਤ ਹੋ ਗਈ ਹੈ, ਪਰ ਜ਼ੀਨਤ ਨੇ ਇੱਕ ਹੋਕਾ ਨਹੀਂ ਭਰਿਆ, ਮਤਲਬ ਕੋਈ ਬਿਲਕੁਲ ਨਹੀਂ ਰੋਈ। ਜ਼ੀਨਤ ਦਾ ਬੁੱਢਾ ਪਿਓ ਆਪਣੀ ਬੱਚੀ ਦੇ ਦੁੱਖ ਦਾ ਸੋਚ ਕੇ ਹੈਰਾਨ ਹੁੰਦਾ ਰਹਿੰਦਾ। ਆਂਢੀ ਗੁਆਂਢੀ ਹੈਰਾਨ ਸਨ। ਉਸਦੇ ਬੱਚਿਆਂ ਦਾ ਪਿਓ ਤੁਰ ਗਿਆ ਸੀ ਤੇ ਬੱਚਿਆਂ ਦੀ ਮਾਂ ਨੇ ਕਦੀ ਇੱਕ ਵਾਰ ਉਸਨੂੰ ਯਾਦ ਨਹੀਂ ਸੀ ਕੀਤਾ। ਹੁਣ ਜ਼ੀਨਤ ਦਾ ਬੁੱਢਾ ਬਾਪ ਆਪਣੀ ਧੀ ਦੇ ਦੁੱਖ ਦੇ ਬਾਰੇ ਸੋਚ ਕੇ ਬੜਾ ਹੈਰਾਨ ਹੁੰਦਾ ਸੀ। ਆਸ-ਪਾਸ ਦੇ ਲੋਕ ਵੀ ਹੈਰਾਨ ਸਨ ਕਿ ਬੱਚਿਆਂ ਦੇ ਸਿਰ ਤੋਂ ਪਿਓ ਦਾ ਹੱਥ ਉੱਠ ਗਿਆ ਹੈ, ਪਿਓ ਦੀ ਮੌਤ ਹੋ ਗਈ ਹੈ, ਪਰ ਬੱਚਿਆਂ ਦੀ ਮਾਂ ਨੇ ਕਦੀ ਉਹਨਾਂ ਨੂੰ, ਆਪਣੇ ਪਤੀ ਨੂੰ ਯਾਦ ਨਹੀਂ ਕੀਤਾ। ਕਈ ਮਹੀਨੇ ਗੁਜ਼ਰ ਗਏ। ਬੈਠੇ ਇੱਕ ਦਿਨ ਜ਼ੀਨਤ ਆਪਾ ਦੇ ਖਾਵੰਦ ਦਾ ਜ਼ਿਕਰ ਆਇਆ ਤੇ ਉਹ ਚੁੱਪ ਹੋ ਗਏ। ਕਈ ਮਹੀਨੇ ਬੀਤਣ ਤੋਂ ਬਾਅਦ ਇੱਕ ਦਿਨ ਕੀ ਹੋਇਆ ਕਿ ਬੈਠੇ ਜ਼ੀਨਤ ਆਪਾ ਦੇ ਪਤੀ ਦਾ ਜ਼ਿਕਰ, ਮਤਲਬ ਉਹਦੇ ਬਾਰੇ ਗੱਲ ਛੇੜੀ, ਪਰ ਉਹ ਸ਼ਾਂਤ ਰਹੀ, ਚੁੱਪ ਰਹੀ, ਮੂੰਹੋਂ ਇੱਕ ਅੱਖਰ ਨਾ ਬੋਲੀ। ਜਦੋਂ ਵੀ ਉਹਦੇ ਘਰ ਵਾਲੇ ਦਾ ਕੋਈ ਚਰਚਾ ਛਿੜਦਾ ਸੀ ਤੇ ਉਹ ਚੁੱਪ ਹੋ ਜਾਂਦੀ ਸੀ, ਮਤਲਬ ਕਿ ਜਦੋਂ ਵੀ ਉਹਦੇ ਘਰ ਵਾਲੇ ਬਾਰੇ, ਉਹਦੇ ਪਤੀ ਬਾਰੇ ਕੋਈ ਚਰਚਾ ਕਰਦਾ, ਕੋਈ ਗੱਲ ਛੇੜਦਾ ਸੀ, ਉਹ ਚੁੱਪ ਹੀ ਰਹਿੰਦੀ ਸੀ। ਉਸ ਦਿਨ ਅਸੀਂ ਇਕੱਲੇ ਸਾਂ ਤੇ ਮੈਂ ਖਾਸ ਤੌਰ ਉੱਤੇ ਉਸ ਤੋਂ ਪੁੱਛਿਆ, ਜ਼ੀਨਤ ਆਪਾ, ਤੁਸੀਂ ਇੱਕ ਅਥਰੂ ਨਹੀਂ ਘੇਰਿਆ, ਤੁਹਾਡੇ ਸਿਰ ਦਾ ਮਾਲਕ ਤੁਹਾਡੇ ਸਿਰ ਤੋਂ ਉੱਠ ਗਿਆ। ਹੁਣ ਲੇਖਕ ਕਹਿੰਦਾ ਕਿ ਇੱਕ ਦਿਨ ਮੈਂ ਇਕੱਲਾ ਸਾਂ ਤੇ ਇਸ ਕਰਕੇ ਮੈਂ ਆਪਣੇ ਆਪਾ ਤੋਂ, ਜ਼ੀਨਤ ਆਪਾ ਕੋਲੋਂ ਪੁੱਛ ਲਿਆ ਕਿ ਤੁਹਾਡੇ ਪਤੀ ਦਾ ਮੌਤ ਹੋ ਗਈ ਹੈ, ਸਿਰ ਦੇ ਮਾਲਕ ਮਤਲਬ ਪਤੀ ਦੀ ਮੌਤ ਹੋ ਗਈ, ਤੁਹਾਡੇ ਸਿਰ ਤੋਂ ਉਸਦਾ ਸਾਇਆ ਉੱਠ ਗਿਆ ਤੇ ਪਰ ਤੁਸੀਂ ਇੱਕ ਵੀ ਅਥਰੂ ਨਹੀਂ ਘੇਰਿਆ। ਹੁਣ ਬੱਚੇ ਪੰਨਾ ਨੰਬਰ 19, ਕਿਸ ਦੇ ਸਿਰ ਦਾ ਮਾਲਕ? ਜ਼ੀਨਤ ਆਪਾ ਅੱਗੋਂ ਤੜਫ ਕੇ ਬੋਲੀ। ਤੜਫ ਕੇ ਹੁੰਦਾ ਸਭ ਬੜਾ ਦੁੱਖ ਹੋ ਲੱਗਾ ਹੋਵੇ, ਕਹਿੰਦੇ ਕਿਸ ਦੇ ਸਿਰ ਦਾ ਮਾਲਕ? ਸਿਰ ਦਾ ਮਾਲਕ ਕਿਸ ਦਾ ਪਤੀ? ਕਿਸ ਦੇ ਸਿਰ ਦਾ ਮਾਲਕ? ਮੇਰਾ ਕੋਈ ਖਾਵੰਦ ਨਹੀਂ, ਕਹਿੰਦੀ ਮੇਰਾ ਕੋਈ ਪਤੀ ਨਹੀਂ ਹੈ।
मैं ते एक दिन भी उसनू कदी अपना खावा नहीं समझिया, मैं ते एक पल ਲਈ भी कदी उसकी तरीमत नहीं बनी। हुण वो अपना दुख जाहिर इत्थे करदी कह रही है कि उसने उसनू एक दिन अपना पति नहीं मन्निया ते ना ही उसने कदी सोचा कि यह उसकी पत्नी है। हाँ, कोई प्यो हो सकता है, किसी दे बच्चों का कोई प्यो हो सकता है, पर किसी दे दिल ते तखत हजारे का कोई रांझा नहीं बन सकता। किसी की मर्जी तो बिना कोई किसी का घर वाला हो सकता है, दिल वाला नहीं हो सकता। जीनत दा बंद बंद फरियाद कर रहा सी, वो फरियाद कर रही सी, बेनती कर रही सी कि किसी की मर्जी तो बिना कोई उसका पति हो सकता है, पर दिल वाला नहीं हो सकता। भाव कि उसके दिल विच नहीं रह सकता, उसनू दिलों अपना पति नहीं मान सकती। तो फिर वो फुट फुट रोन लग पई। फुट फुट रोना, जार जार होना, बहुत ज़्यादा रोना। वरा 2 वरे जीनत फिर अपने पिंड दी जिवें जिंद जान बन गई। हसदी रहिंदी, लोकां नूं हसांदी रहिंदी, काम करदी रहिंदी, लोकां दे काम आउंदी रहिंदी। उसदे मूँह तो गुम गई ओदी लाली फिर ओदियां गल्लां उत्ते आ गई। उसदा सरूं वर्गा उच्चा कद, उसदे गज गज लम्मे वाल, कोई इस धरती दी चीज़ थोड़ी लगदी सी जीनत, जिवें असमानों लथी परी होवे। हर वेड़े विच उसदी उड़ीक हुंदी, हर अंगण विच उसदी आस लगी रहिंदी। फिर इस तरह 1 साल बीत गया, 2 साल बीत गए, तो जीनत हौली हौली अपने पिंड दी जिंद जान बन गई। वो उस तरह हसन लग गई, लोकां नूं हसाउण लग गई, लोकां दे काम सवारदी सी। ते हौली हौली उसदे मूँह तो गुम होई उहदी लाली फिर उहदे गल्लां उत्ते आ गई। फिर उसदे वाल गज गज लंबे हो गए, ते पहले वांग ही उसदी हर वेड़े विच उड़ीक होण लग गई, हर अंगन विच उसदी आस लगी रहिंदी। हुण बच्चे असी पन्ना नंबर 18 ते 19 दी रीडिंग कीती है। हुण इहदे विच जिहड़े मुख प्रश्न जिहड़े सानूं अपने दिमाग 'च रखने चाहिए हैं, जिन्हां नूं असीं रिवाइज करांगे, जिस तरह कि जीनत दा घर वाला किन्ने दिन बीमार रहा सी? 4 दिन। वो किस दा पुत्तर सी? वो एक वड्डे जिमीदार दा पुत्तर सी। जीनत शांत अडोल कदों रही सी? जीनत अपने पति दे बीमार होने ते उसकी हालत खराब होने ते भी वो शांत अडोल रही, इत्थों तक कि जदों उसके पति नूं लैके दफनाया जा रहा सी तां भी वो शांत अडोल सी। ते वो 10 दिन तो बाद कित्थे आ गई सी? और जीनत 10 दिनों तो बाद अपने पेके घर आ गई सी। एक दिन किसने उसदे ना रोन दा कारण पुछया। जीनत आपा तो उसदे ना रोन दा कारण उसदे भरा ने उस तो पुछया सी। जीनत नूं मुड़ पिंड दी जिंद जान बनन दे विच किन्ने वरे लगे सन? 2। जीनत 2 वरे बाद मुड़ पिंड दी जिंद जान बन गई सी। ठीक है, पिंड दे हर बेड़े विच किस दी उड़ीक हुंदी सी? पिंड दे हर बेड़े विच जीनत आपा दी उड़ीक हुंदी सी। हुण बच्चे तुसी पन्ना नंबर 18 ते 19 दी रीडिंग करनी है ते नाल ही नाल औखे शब्दां दे उत्ते झात मारनी है।